ਤੁਸੀਂ ਸੁਣ ਰਹੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ। ਲੇਖਕ ਡਾਕਟਰ ਜੋਸਫ ਮਰਫੀ। 10ਵੇਂ ਭਾਗ ਵਿੱਚ ਸੁਣੋ, ਤੁਹਾਨੂੰ ਅਮੀਰ ਬਣਨ ਦਾ ਹੱਕ ਹੈ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਅਮੀਰ ਬਣਨ ਦਾ ਬੁਨਿਆਦੀ ਹੱਕ ਹੈ। ਤੁਸੀਂ ਇਸ ਦੁਨੀਆ ਵਿੱਚ ਸਮਰਿੱਧ ਜੀਵਨ ਜਿਉਣ ਅਤੇ ਖੁਸ਼, ਸਿਹਤ ਅਤੇ ਆਜ਼ਾਦ ਰਹਿਣ ਦੇ ਲਈ ਆਏ ਹੋ। ਇਸ ਲਈ ਤੁਹਾਡੇ ਕੋਲ ਓਨਾ ਪੈਸਾ ਹੋਣਾ ਚਾਹੀਦਾ ਹੈ ਜਿੰਨਿਆਂ ਦੀ ਲੋੜ ਤੁਹਾਨੂੰ ਪੂਰਨ, ਸੁਖੀ ਅਤੇ ਸਮਰਿੱਧ ਜੀਵਨ ਜਿਉਣ ਲਈ ਹੋਵੇਗੀ। ਤੁਸੀਂ ਇਸ ਦੁਨੀਆ ਵਿੱਚ ਵਿਕਾਸ ਕਰਨ, ਵਿਆਪਕ ਬਣਾਉਣ ਅਤੇ ਆਪਣੇ ਆਪ ਨੂੰ ਅਧਿਆਤਮਕ, ਮਾਨਸਿਕ ਅਤੇ ਭੌਤਿਕ ਤੌਰ ਉੱਤੇ ਪ੍ਰਗਟ ਕਰਨ ਲਈ ਆਏ ਹੋ। ਤੁਹਾਨੂੰ ਆਪਣੀਆਂ ਸਾਰੀਆਂ ਸੰਭਾਵਨਾਵਾਂ ਦਾ ਪੂਰਾ ਵਿਕਾਸ ਕਰਨ ਅਤੇ ਆਤਮ ਅਭਿਵਿਅਕਤੀ ਦਾ ਨਿਰਸੰਦੇਹ ਅਧਿਕਾਰ ਹੈ। ਇਸ ਦਾ ਇੱਕ ਮਹੱਤਵਪੂਰਨ ਪਹਿਲੂ ਸੁੰਦਰਤਾ ਅਤੇ ਵਿਲਾਸਤਾ ਨਾਲ ਘਿਰਿਆ ਰਹਿਣਾ ਹੈ, ਬਸ਼ਰਤੇ ਤੁਸੀਂ ਇਸ ਨੂੰ ਚੁਣੋ। ਜਦ ਤੁਸੀਂ ਆਪਣੇ ਅਵਚੇਤਨ ਮਨ ਦੀ ਮਦਦ ਨਾਲ ਅਮੀਰੀ ਦਾ ਆਨੰਦ ਮਾਣਦੇ ਹੋ ਤਾਂ ਫਿਰ ਤੰਗੀ ਵਿੱਚ ਕਿਉਂ ਰਿਹਾ ਜਾਵੇ। ਇਸ ਅਧਿਆਏ ਵਿੱਚ ਤੁਸੀਂ ਪੈਸਿਆਂ ਨਾਲ ਦੋਸਤੀ ਕਰਨਾ ਸਿੱਖੋਗੇ। ਜਦੋਂ ਤੁਸੀਂ ਇੰਜ ਕਰ ਲੈਂਦੇ ਹੋ ਤਾਂ ਤੁਹਾਡੇ ਕੋਲ ਆਪਣੀ ਜ਼ਰੂਰਤ ਦਾ ਸਾਰਾ ਪੈਸਾ ਹੋਵੇਗਾ ਅਤੇ ਜ਼ਰੂਰਤ ਤੋਂ ਵਾਧੂ ਵੀ। ਅਮੀਰ ਬਣਨ ਦੀ ਆਪਣੀ ਇੱਛਾ ਬਾਰੇ ਕਿਸੇ ਵੀ ਗੱਲ ਉੱਤੇ ਸ਼ੰਕਾ ਜਾਂ ਸ਼ਰਮਿੰਦਗੀ ਮਹਿਸੂਸ ਨਾ ਕਰੋ। ਡੂੰਘਾਈ ਦੇ ਅੰਤਮ ਸਤਰ 'ਤੇ ਇਹ ਇੱਛਾ ਪੂਰਨ, ਖੁਸ਼ੀ ਅਤੇ ਅਦਭੁਤ ਜੀਵਨ ਜਿਉਣ ਦੀ ਇੱਛਾ ਹੈ। ਇਹ ਸਾਰੇ ਬ੍ਰਹਿਮੰਡ ਦੀ ਇੱਛਾ ਹੈ। ਇਹ ਨਾ ਸਿਰਫ ਚੰਗੀ ਹੈ ਬਲਕਿ ਬਹੁਤ ਵਧੀਆ ਹੈ। ਧਨ ਇੱਕ ਪ੍ਰਤੀਕ ਹੈ। ਧਨ ਲੈਣ ਦੇਣ ਜਾਂ ਵਟਾਂਦਰੇ ਦਾ ਪ੍ਰਤੀਕ ਹੈ। ਤੁਹਾਡੇ ਲਈ ਇਹ ਨਾ ਸਿਰਫ ਥੋੜ ਤੋਂ ਆਜ਼ਾਦੀ ਦਾ ਪ੍ਰਤੀਕ ਹੈ ਬਲਕਿ ਸੁੰਦਰਤਾ, ਨਿਰਮਲਤਾ, ਸਮਰਿੱਧੀ ਅਤੇ ਵਿਸ਼ਾਲਤਾ ਦਾ ਵੀ ਪ੍ਰਤੀਕ ਹੈ। ਇਹ ਕਿਸੇ ਦੇਸ਼ ਦੀ ਆਰਥਿਕ ਸਿਹਤ ਦਾ ਪ੍ਰਤੀਕ ਹੈ। ਜੇਕਰ ਖੂਨ ਤੁਹਾਡੇ ਸਰੀਰ 'ਚ ਮੁਕਤ ਤੌਰ 'ਤੇ ਪ੍ਰਵਾਹਿਤ ਹੁੰਦਾ ਹੈ ਤਾਂ ਤੁਸੀਂ ਸਰੀਰਕ ਨਜ਼ਰੀਏ ਨਾਲ ਸਿਹਤਮੰਦ ਹੋ। ਜੇਕਰ ਧਨ ਤੁਹਾਡੇ ਜੀਵਨ ਵਿੱਚ ਮੁਕਤ ਤੌਰ 'ਤੇ ਪ੍ਰਵਾਹਿਤ ਹੋ ਰਿਹਾ ਹੈ ਤਾਂ ਤੁਸੀਂ ਆਰਥਿਕ ਨਜ਼ਰੀਏ ਤੋਂ ਸਿਹਤਮੰਦ ਹੋ। ਜਦੋਂ ਲੋਕ ਧਨ ਇਕੱਤਰ ਕਰਨ ਲੱਗਦੇ ਹਨ, ਇਸ ਨੂੰ ਡਿੱਬਿਆਂ ਵਿੱਚ ਬੰਦ ਕਰਨ ਲੱਗਦੇ ਹਨ ਅਤੇ ਭੈ-ਭੀਤ ਜਾਂ ਸ਼ੰਕਾਲੂ ਹੋਣ ਲੱਗਦੇ ਹਨ ਤਾਂ ਉਹ ਆਰਥਿਕ ਨਜ਼ਰੀਏ ਤੋਂ ਬਿਮਾਰ ਬਣ ਜਾਂਦੇ ਹਨ। ਧਨ ਦੇ ਪ੍ਰਤੀਕ ਸਦੀਆਂ ਤੋਂ ਬਦਲਦੇ ਰਹੇ ਹਨ। ਤੁਹਾਡੇ ਵਿਚਾਰਾਂ ਵਿੱਚ ਆਉਣ ਵਾਲੀ ਤਕਰੀਬਨ ਹਰ ਚੀਜ਼ ਨੇ ਇਤਿਹਾਸ ਵਿੱਚ ਕਿਸੇ ਨਾ ਕਿਸੇ ਵੇਲੇ ਅਤੇ ਕਿਸੇ ਨੇ ਕਿਸੇ ਥਾਂ 'ਤੇ ਧਨ ਦਾ ਕੰਮ ਕੀਤਾ ਹੈ। ਜ਼ਾਹਰ ਹੈ, ਸੋਨਾ ਅਤੇ ਚਾਂਦੀ ਧਨ ਦਾ ਰੂਪ ਸਨ, ਲੇਕਿਨ ਲੂਣ, ਮਣਕੇ ਅਤੇ ਹੋਰ ਸਸਤੀਆਂ ਚੀਜ਼ਾਂ ਵੀ ਸਨ। ਪ੍ਰਾਚੀਨ ਕਾਲ ਵਿੱਚ ਲੋਕਾਂ ਦੀ ਦੌਲਤ ਅਕਸਰ ਉਹਨਾਂ ਦੀਆਂ ਭੇਡਾਂ ਅਤੇ ਬਲਦਾਂ ਨਾਲ ਤੋਲੀਆਂ ਜਾਂਦੀਆਂ ਸਨ। ਹੁਣ ਅਸੀਂ ਮੁਦਰਾ ਅਤੇ ਹੋਰ ਸੌਖੇ ਸਾਧਨਾਂ ਦਾ ਪ੍ਰਯੋਗ ਕਰਦੇ ਹਾਂ। ਇਸ ਦਾ ਕਾਰਨ ਸਪਸ਼ਟ ਹੈ। ਬਿੱਲ ਚੁਕਾਉਣ ਲਈ ਆਪਣੇ ਨਾਲ ਕੁਝ ਭੇਡਾਂ ਲੈ ਕੇ ਚੱਲਣ ਦੀ ਥਾਂ ਚੈੱਕ ਲਿਖਣਾ ਜ਼ਿਆਦਾ ਸੌਖਾ ਹੈ। ਅਮੀਰੀ ਦੀ ਸ਼ਾਹਰਾਹ 'ਤੇ ਕਿਵੇਂ ਚੱਲੀਏ। ਜਦ ਤੁਸੀਂ ਆਪਣੇ ਅਵਚੇਤਨ ਮਨ ਦੀ ਸ਼ਕਤੀਆਂ ਨੂੰ ਸਮਝ ਲੈਂਦੇ ਹੋ ਤਾਂ ਤੁਹਾਡੇ ਕੋਲ ਅਧਿਆਤਮਕ, ਮਾਨਸਿਕ ਅਤੇ ਵਿੱਤੀ ਹਰ ਤਰ੍ਹਾਂ ਦੀ ਅਮੀਰੀ ਦੀ ਸ਼ਾਹੀ ਰਾਹ ਦਾ ਨਕਸ਼ਾ ਆ ਜਾਂਦਾ ਹੈ। ਜਿਸ ਨੇ ਵੀ ਮਸਤਿਸ਼ਕ ਦੇ ਨਿਯਮਾਂ ਨੂੰ ਸਿੱਖ ਲਿਆ ਹੈ, ਇਹ ਨਿਸ਼ਚਿਤ ਤੌਰ 'ਤੇ ਜਾਣਦਾ ਅਤੇ ਮੰਨਦਾ ਹੈ ਕਿ ਉਸ ਨੂੰ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਪੈਂਦੀ। ਵਿੱਤੀ ਸੰਕਟਾਂ, ਸਟਾਕ ਮਾਰਕੀਟ 'ਤੇ ਉਤਰਾਅ ਚੜ੍ਹਾਅ, ਮੰਦੀਆਂ, ਹੜਤਾਲਾਂ, ਵੱਧਦੀ ਮਹਿੰਗਾਈ ਜਾਂ ਇੱਥੋਂ ਤੱਕ ਕਿ ਜੰਗ ਦੌਰਾਨ ਵੀ ਉਸ ਦੇ ਕੋਲ ਕਾਫੀ ਧਨ ਰਹਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੇ ਦੌਲਤ ਦੇ ਵਿਚਾਰ ਨੂੰ ਆਪਣੇ ਅਵਚੇਤਨ ਮਨ ਤੱਕ ਪਹੁੰਚਾ ਦਿੱਤਾ ਹੈ। ਨਤੀਜਤਨ ਉਸ ਦਾ ਮਨ ਉਸ ਨੂੰ ਦੌਲਤ ਦਿੰਦਾ ਰਹਿੰਦਾ ਹੈ, ਭਾਵੇਂ ਉਹ ਕਿੱਥੇ ਵੀ ਰਹੇ। ਉਸ ਵਿਅਕਤੀ ਨੇ ਆਪਣੇ ਮਸਤਿਸ਼ਕ ਨੂੰ ਵਿਸ਼ਵਾਸ ਦਿਵਾ ਦਿੱਤਾ ਹੈ ਕਿ ਧਨ ਉਸ ਦੇ ਜੀਵਨ ਵਿੱਚ ਮੁਕਤ ਤੌਰ 'ਤੇ ਪ੍ਰਵਾਹਿਤ ਹੋ ਰਿਹਾ ਹੈ ਅਤੇ ਉਸ ਦੇ ਕੋਲ ਹਮੇਸ਼ਾ ਲੋੜ ਤੋਂ ਵੱਧ ਪੈਸੇ ਰਹਿਣਗੇ। ਜਿਵੇਂ ਉਹ ਆਦੇਸ਼ ਦਿੰਦਾ ਹੈ ਉਂਝ ਹੀ ਹੋਵੇਗਾ। ਜੇਕਰ ਕੱਲ੍ਹ ਉਹ ਵਿੱਤੀ ਤੌਰ 'ਤੇ ਤਬਾਹ ਹੋ ਜਾਵੇ ਅਤੇ ਉਸ ਦੇ ਕੋਲ ਦੀ ਹਰ ਚੀਜ਼ ਮੁੱਲ ਤੋਂ ਬਗੈਰ ਹੋ ਜਾਵੇ ਤਾਂ ਵੀ ਉਹ ਦੌਲਤ ਨੂੰ ਆਕਰਸ਼ਿਤ ਕਰੇਗਾ। ਉਹ ਸੰਕਟ ਤੋਂ ਆਰਾਮ ਨਾਲ ਉੱਭਰ ਜਾਵੇਗਾ। ਇਹੀ ਨਹੀਂ, ਉਹ ਉਸ ਤੋਂ ਵੀ ਫਾਇਦਾ ਉਠਾ ਲਵੇਗਾ। ਤੁਹਾਡੇ ਕੋਲ ਜ਼ਿਆਦਾ ਪੈਸਾ ਕਿਉਂ ਨਹੀਂ ਹੈ। ਇਹ ਅਧਿਆਏ ਪੜ੍ਹਨ ਵੇਲੇ ਸ਼ਾਇਦ ਤੁਸੀਂ ਇਹ ਸੋਚ ਰਹੇ ਹੋ, ਮੈਂ ਜ਼ਿਆਦਾ ਆਮਦਨ ਦਾ ਹੱਕਦਾਰ ਹਾਂ। ਮੇਰੀ ਰਾਏ ਵਿੱਚ ਇਹ ਜ਼ਿਆਦਾਤਰ
ਲੋਕਾਂ ਦੇ ਬਾਰੇ ਸਹੀ ਹੈ। ਉਹ ਸੱਚਮੁੱਚ ਜ਼ਿਆਦਾ ਆਮਦਨ ਦੇ ਹੱਕਦਾਰ ਹੁੰਦੇ ਹਨ, ਲੇਕਿਨ ਉਹਨਾਂ ਨੂੰ ਇਹ ਮਿਲਦੀ ਨਹੀਂ ਹੈ। ਇਹਨਾਂ ਲੋਕਾਂ ਕੋਲ ਜ਼ਿਆਦਾ ਪੈਸਾ ਨਹੀਂ ਹੋਣ ਦਾ ਇੱਕ ਮਹੱਤਵਪੂਰਨ ਕਾਰਨ ਇਹ ਹੈ ਕਿ ਉਹ ਮਨ ਹੀ ਮਨ 'ਚ ਜਾਂ ਖੁੱਲ੍ਹ ਕੇ ਇਸ ਨੂੰ ਨਿੰਦਦੇ ਹਨ। ਉਹ ਧਨ ਨੂੰ ਗੰਦਾ ਕਹਿੰਦੇ ਜਾਂ ਮੰਨਦੇ ਹਨ। ਉਹ ਆਪਣੇ ਬੱਚਿਆਂ ਅਤੇ ਦੋਸਤਾਂ ਨੂੰ ਇਹ ਕਹਿੰਦੇ ਹਨ ਕਿ ਧਨ ਦਾ ਪ੍ਰੇਮ ਹੀ ਸਾਰੀ ਬੁਰਾਈਆਂ ਦੀ ਜੜ੍ਹ ਹੈ। ਉਹਨਾਂ ਨੇ ਦੌਲਤਮੰਦ ਨਾ ਬਣ ਪਾਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਹਨਾਂ ਦੇ ਅਵਚੇਤਨ ਵਿੱਚ ਕਿਤੇ ਨਾ ਕਿਤੇ ਇਹ ਭਾਵ ਛੁਪਿਆ ਹੁੰਦਾ ਹੈ ਕਿ ਗਰੀਬੀ ਵਿੱਚ ਕੋਈ ਖਾਸ ਗੁਣ ਹੈ। ਹੋ ਸਕਦਾ ਹੈ ਕਿ ਇਹ ਅਵਚੇਤਨ ਭਾਵ ਬਚਪਨ ਦੀ ਨਸੀਹਤ ਜਾਂ ਫਿਰ ਧਰਮ ਗ੍ਰੰਥਾਂ ਦੇ ਗਲਤ ਵਿਸ਼ਲੇਸ਼ਣ ਦੇ ਕਾਰਨ ਆ ਗਿਆ ਹੋਵੇ। ਧਨ ਅਤੇ ਸੰਤੁਲਿਤ ਜੀਵਨ। ਇੱਕ ਵਾਰੀ ਇੱਕ ਆਦਮੀ ਨੇ ਮੈਨੂੰ ਕਿਹਾ, ਮੈਂ ਦੀਵਾਲੀਆ ਹੋ ਗਿਆ ਹਾਂ, ਲੇਕਿਨ ਇਹ ਬਿਲਕੁਲ ਠੀਕ ਹੈ। ਮੈਨੂੰ ਧਨ ਪਸੰਦ ਨਹੀਂ, ਇਹ ਸਾਰੀ ਬੁਰਾਈਆਂ ਦੀ ਜੜ੍ਹ ਹੈ। ਇਹ ਕਥਨ ਦੁਚਿੱਤੀ ਨਿਊਰੋਟਿਕ ਮਾਨਸਿਕਤਾ ਦਾ ਸੂਚਕ ਹੈ। ਧਨ ਦਾ ਪ੍ਰੇਮ ਜੇਕਰ ਹਰ ਚੀਜ਼ ਤੋਂ ਜ਼ਿਆਦਾ ਹੋ ਜਾਵੇ ਤਾਂ ਇਸ ਨਾਲ ਤੁਸੀਂ ਇੱਕ ਤਰਫਾ ਤੇ ਅਸੰਤੁਲਿਤ ਹੋ ਸਕਦੇ ਹੋ। ਜੇਕਰ ਇੱਥੇ ਤੁਸੀਂ ਆਪਣੀ ਸ਼ਕਤੀ ਜਾਂ ਸੱਤਾ ਦਾ ਸਿਆਣਪ ਨਾਲ ਪ੍ਰਯੋਗ ਕਰੋਗੇ। ਕੁਝ ਲੋਕ ਸ਼ਕਤੀ ਦੇ ਭੁੱਖੇ ਹੁੰਦੇ ਹਨ, ਬਾਕੀ ਧਨ ਦੇ ਭੁੱਖੇ ਹੁੰਦੇ ਹਨ। ਜੇਕਰ ਤੁਸੀਂ ਸਿਰਫ ਧਨ 'ਤੇ ਪੂਰਾ ਧਿਆਨ ਲਾਉਂਦੇ ਤੇ ਕਹਿੰਦੇ ਹੋ, ਮੈਂ ਸਿਰਫ ਧਨ ਚਾਹੁੰਦਾ ਹਾਂ, ਮੈਂ ਆਪਣਾ ਪੂਰਾ ਧਿਆਨ ਧਨ ਨੂੰ ਇਕੱਠਾ ਕਰਨ 'ਤੇ ਕੇਂਦਰਿਤ ਕਰਾਂਗਾ, ਬਾਕੀ ਕਿਸੇ ਚੀਜ਼ ਦਾ ਕੋਈ ਮਹੱਤਵ ਨਹੀਂ ਹੈ, ਤਾਂ ਹੋ ਸਕਦਾ ਹੈ ਤੁਸੀਂ ਧਨ ਕਮਾ ਲਓ ਤੇ ਢੇਰ ਸਾਰਾ ਜਮ੍ਹਾਂ ਵੀ ਕਰ ਲਵੋ, ਲੇਕਿਨ ਤੁਸੀਂ ਇਸ ਦੀ ਕਿੰਨੀ ਵੱਡੀ ਕੀਮਤ ਚੁਕਾਓਗੇ। ਤੁਸੀਂ ਸ਼ਾਇਦ ਭੁੱਲ ਚੁੱਕੇ ਹੋ ਕਿ ਤੁਸੀਂ ਦੁਨੀਆ 'ਚ ਸੰਤੁਲਿਤ ਜੀਵਨ ਜਿਉਣ ਲਈ ਆਏ ਹੋ। ਤੁਹਾਨੂੰ ਮਾਨਸਿਕ ਸ਼ਾਂਤੀ, ਸਦਭਾਵ, ਪ੍ਰੇਮ, ਖੁਸ਼ੀ ਤੇ ਸੰਪੂਰਨ ਸਿਹਤ ਦੀ ਲੋੜ ਨੂੰ ਵੀ ਸੰਤੁਸ਼ਟ ਕਰਨਾ ਚਾਹੀਦਾ ਹੈ। ਧਨ ਸੰਗ੍ਰਹਿ ਨੂੰ ਇਕਲੌਤਾ ਨਿਸ਼ਾਨਾ ਬਣਾ ਕੇ ਤੁਸੀਂ ਗਲਤ ਚੋਣ ਕਰਦੇ ਹੋ। ਹੋ ਸਕਦਾ ਹੈ ਤੁਸੀਂ ਸੋਚੋ ਕਿ ਤੁਸੀਂ ਸਿਰਫ ਧਨ ਹੀ ਚਾਹੁੰਦੇ ਹੋ, ਲੇਕਿਨ ਤਮਾਮ ਕੋਸ਼ਿਸ਼ਾਂ ਦੇ ਬਾਅਦ ਵੀ ਤੁਸੀਂ ਪਾਉਂਦੇ ਹੋ ਕਿ ਤੁਹਾਨੂੰ ਸਿਰਫ ਧਨ ਦੀ ਹੀ ਲੋੜ ਨਹੀਂ ਰਹਿੰਦੀ। ਕਿਸੇ ਨੇ ਵੀ ਮਰਨ ਵੇਲੇ ਇਹ ਇੱਛਾ ਵਿਅਕਤ ਨਹੀਂ ਕੀਤੀ ਕਿ ਕਾਸ਼ ਉਸ ਨੇ ਪੈਸੇ ਕਮਾਉਣ ਵਿੱਚ ਜ਼ਿਆਦਾ ਸਮਾਂ ਲਾਇਆ ਹੁੰਦਾ। ਤੁਸੀਂ ਆਪਣੀ ਛੁਪੀਆਂ ਹੋਈਆਂ ਯੋਗਤਾਵਾਂ ਦੀ ਸੱਚੀ ਅਭਿਵਿਅਕਤੀ, ਜੀਵਨ ਵਿੱਚ ਸੱਚੀ ਜਗ੍ਹਾ ਪਾਉਣ, ਸੁੰਦਰਤਾ ਅਤੇ ਦੂਜਿਆਂ ਦੀ ਸਫਲਤਾ ਅਤੇ ਕਲਿਆਣ ਵਿੱਚ ਯੋਗਦਾਨ ਦੇਣ ਦੀ ਖੁਸ਼ੀ ਦੀ ਵੀ ਇੱਛਾ ਕਰਦੇ ਹੋ। ਜੇਕਰ ਤੁਸੀਂ ਚਾਹੋ ਤਾਂ ਆਪਣੇ ਅਵਚੇਤਨ ਮਨ ਦੇ ਨਿਯਮ ਸਿੱਖ ਕੇ $10 ਲੱਖ ਜਾਂ $1 ਕਰੋੜ ਵੀ ਕਮਾ ਸਕਦੇ ਹੋ ਅਤੇ ਨਾਲ ਹੀ ਮਾਨਸਿਕ ਸ਼ਾਂਤੀ, ਇਕਸੁਰਤਾ, ਸੰਪੂਰਨ ਸਿਹਤ ਅਤੇ ਆਦਰਸ਼ ਅਭਿਵਿਅਕਤੀ ਵੀ ਪਾ ਸਕਦੇ ਹੋ। ਗਰੀਬੀ ਇੱਕ ਮਾਨਸਿਕ ਰੋਗ ਹੈ। ਗਰੀਬੀ ਵਿੱਚ ਕੋਈ ਗੁਣ ਨਹੀਂ ਹੈ, ਇਹ ਕਿਸੇ ਹੋਰ ਮਾਨਸਿਕ ਰੋਗ ਵਾਂਗ ਹੈ। ਜੇਕਰ ਤੁਸੀਂ ਸਰੀਰਕ ਤੌਰ 'ਤੇ ਬਿਮਾਰ ਹੋ ਤਾਂ ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਤੁਹਾਡੇ ਨਾਲ ਕੁਝ ਨਾ ਕੁਝ ਗੜਬੜ ਹੈ। ਤੁਸੀਂ ਮਦਦ ਲੈਣਾ ਚਾਹੋਗੇ ਅਤੇ ਸਥਿਤੀ ਦਾ ਉਪਚਾਰ ਕਰਨ ਦੀ ਕੋਸ਼ਿਸ਼ ਕਰੋਗੇ। ਇਸੇ ਤਰ੍ਹਾਂ ਜੇਕਰ ਤੁਹਾਡੇ ਜੀਵਨ ਵਿੱਚ ਧਨ ਦਾ ਯੋਗ ਪ੍ਰਵਾਹ ਨਹੀਂ ਹੋ ਰਿਹਾ ਹੈ ਤਾਂ ਤੁਹਾਡੇ ਨਾਲ ਕੋਈ ਨਾ ਕੋਈ ਬੁਨਿਆਦੀ ਗੜਬੜ ਹੈ। ਜੀਵਨ ਸਿਧਾਂਤ ਦੀ ਦਿਸ਼ਾ ਵਿਕਾਸ, ਵਿਸਤਾਰ ਅਤੇ ਜੀਵਨ ਨੂੰ ਹੋਰ ਸਮਰਿੱਧ ਬਣਾਉਣ ਵੱਲ ਹੈ। ਤੁਸੀਂ ਇੱਥੇ ਕਿਸੇ ਦਬੜੇ ਵਿੱਚ ਰਹਿਣ, ਚੀਥੜੇ ਪਾਉਣ ਤੇ ਭੁੱਖੇ ਮਰਨ ਲਈ ਨਹੀਂ ਆਏ ਹੋ। ਤੁਹਾਨੂੰ ਖੁਸ਼ੀ, ਸਮਰਿੱਧ ਅਤੇ ਸਫਲ ਬਣਨਾ ਚਾਹੀਦਾ ਹੈ। ਤੁਹਾਨੂੰ ਧਨ ਦੀ ਕਦੇ ਵੀ ਆਲੋਚਨਾ ਨਹੀਂ ਕਰਨੀ ਚਾਹੀਦੀ। ਧਨ ਦੇ ਬਾਰੇ ਵਿੱਚ ਸਾਰੇ ਅਜੀਬ ਵਿਸ਼ਵਾਸ ਅਤੇ ਅੰਧ ਵਿਸ਼ਵਾਸ ਆਪਣੇ ਦਿਮਾਗ ਤੋਂ ਧੋ ਦਿਓ। ਕਦੇ ਵੀ ਧਨ ਨੂੰ ਮਾੜਾ ਜਾਂ ਗੰਦਾ ਨਾ ਮੰਨੋ। ਇੰਜ ਕਰਨ 'ਤੇ ਇਹ ਖੰਭ ਲਾ ਕੇ ਤੁਹਾਡੇ ਕੋਲੋਂ ਉੱਡ ਜਾਵੇਗਾ। ਯਾਦ ਰੱਖੋ, ਤੁਸੀਂ ਜਿਹੜੀ ਬੁਰਾਈ ਕਰਦੇ ਹੋ ਉਸ ਨੂੰ ਖੋਹ ਦਿੰਦੇ ਹੋ। ਤੁਸੀਂ ਜਿਸ ਦੀ ਨੁਕਤਾਚੀਨੀ ਕਰਦੇ ਹੋ ਉਸ ਨੂੰ ਆਕਰਸ਼ਿਤ ਨਹੀਂ ਕਰ ਸਕਦੇ। ਧਨ ਦੇ ਪ੍ਰਤੀ ਸਹੀ ਨਜ਼ਰੀਆ ਅਪਣਾਉਣਾ। ਇੱਥੇ ਇੱਕ ਸੌਖੀ ਤਕਨੀਕ ਦਿੱਤੀ ਜਾ ਰਹੀ ਹੈ ਜਿਸ ਦਾ ਪ੍ਰਯੋਗ ਤੁਸੀਂ ਆਪਣੇ ਜੀਵਨ ਵਿੱਚ ਧਨ ਨੂੰ ਕਈ ਗੁਣਾ ਕਰਨ ਲਈ ਕਰ ਸਕਦੇ ਹੋ। ਦਿਨ ਵਿੱਚ ਕਈ ਵਾਰੀ ਇਹ ਵਾਕ ਦੁਹਰਾਓ, ਮੈਨੂੰ ਧਨ ਪਸੰਦ ਹੈ, ਮੈਂ ਇਸ ਨਾਲ ਪ੍ਰੇਮ ਕਰਦਾ ਹਾਂ, ਮੈਂ ਇਸ ਦਾ ਸਿਆਣਪ ਨਾਲ, ਸਿਰਜਣਾਤਮਕ ਤਰੀਕੇ ਨਾਲ ਤੇ ਨਿਆਂਪੂਰਨ ਪ੍ਰਯੋਗ ਕਰਦਾ ਹਾਂ। ਮੇਰੇ ਜੀਵਨ ਵਿੱਚ ਧਨ ਦਾ ਲਗਾਤਾਰ ਪ੍ਰਵਾਹ ਹੋ ਰਿਹਾ ਹੈ, ਮੈਂ ਖੁਸ਼ੀ ਨਾਲ ਇਸ ਨੂੰ ਮੁਕਤ ਕਰਦਾ ਹਾਂ ਅਤੇ ਇਹ ਅਦਭੁਤ ਤਰੀਕੇ ਨਾਲ ਕਈ ਗੁਣਾ ਹੋ ਕੇ ਮੇਰੇ ਕੋਲ ਮੁੜਦਾ ਹੈ। ਇਹ ਚੰਗਾ ਹੈ, ਬੜਾ ਚੰਗਾ ਹੈ,
ਧਨ ਬਹੁਤ ਵੱਡੀ ਤਾਦਾਦ ਵਿੱਚ ਮੇਰੇ ਵੱਲ ਪ੍ਰਵਾਹਿਤ ਹੋ ਰਿਹਾ ਹੈ। ਮੈਂ ਇਸ ਦਾ ਪ੍ਰਯੋਗ ਸਿਰਫ ਭਲਾਈ ਦੇ ਲਈ ਕਰਦਾ ਹਾਂ। ਮੈਂ ਆਪਣੀ ਆਰਥਿਕ ਸਮਰਿੱਧੀ ਅਤੇ ਮਾਨਸਿਕ ਦੌਲਤ ਲਈ ਕਿਰਤੱਗ ਹਾਂ। ਵਿਗਿਆਨਕ ਚਿੰਤਕ ਧਨ ਵੱਲ ਕਿਵੇਂ ਦੇਖਦੇ ਹਨ? ਮੰਨ ਲਓ ਤੁਸੀਂ ਸੋਨੇ, ਚਾਂਦੀ, ਜਸਤੇ, ਤਾਂਬੇ ਜਾਂ ਲੋਹੇ ਦੀ ਸਮਰਿੱਧ ਖਦਾਨ ਲੱਭ ਲੈਂਦੇ ਹੋ। ਕੀ ਤੁਸੀਂ ਇਹ ਐਲਾਨ ਕਰੋਗੇ ਕਿ ਇਹ ਚੀਜ਼ਾਂ ਮਾੜੀਆਂ ਹਨ? ਜ਼ਾਹਰ ਹੈ ਨਹੀਂ। ਸਾਰੀ ਬੁਰਾਈਆਂ ਇਨਸਾਨ ਦੀ ਹਨੇਰੀ ਸਮਝ, ਅਗਿਆਨ, ਜੀਵਨ ਦੇ ਝੂਠੇ ਵਿਸ਼ਲੇਸ਼ਣ ਤੇ ਅਵਚੇਤਨ ਮਨ ਦੇ ਦੁਰਉਪਯੋਗ ਦੇ ਕਾਰਨ ਪੈਦਾ ਹੁੰਦੀ ਹੈ। ਕਿਉਂਕਿ ਧਨ ਸਿਰਫ ਇੱਕ ਪ੍ਰਤੀਕ ਹੈ, ਇਸ ਲਈ ਅਸੀਂ ਲੈਣ ਦੇਣ ਦੇ ਸਾਧਨ ਦੇ ਤੌਰ 'ਤੇ ਓਨੀ ਹੀ ਆਸਾਨੀ ਨਾਲ ਜਸਤੇ ਜਾਂ ਟਿਨ ਜਾਂ ਕਿਸੇ ਹੋਰ ਧਾਤ ਦਾ ਇਸਤੇਮਾਲ ਕਰ ਸਕਦੇ ਹਾਂ। 20ਵੀਂ ਸਦੀ ਵਿੱਚ ਅਮਰੀਕੀ ਸਿੱਕੇ ਡਾਇਮ ਤੇ ਕੁਆਟਰ ਚਾਂਦੀ ਤੋਂ ਬਣਦੇ ਸਨ। ਉਹਨਾਂ ਵਿੱਚ 10 ਜਾਂ 25 ਸੈਂਟ ਮੁੱਲ ਦੀ ਚਾਂਦੀ ਹੁੰਦੀ ਸੀ। ਫਿਰ ਸਰਕਾਰ ਉਹਨਾਂ ਨੂੰ ਜ਼ਿਆਦਾ ਸਸਤੀ ਧਾਤ ਨਾਲ ਬਣਾਉਣ ਲੱਗੀ। ਇਸ ਤੋਂ ਬਾਅਦ ਵੀ ਕੁਆਟਰ ਦਾ ਮੁੱਲ 25 ਸੈਂਟ ਹੀ ਰਿਹਾ, ਹਾਲਾਂਕਿ ਇਸ ਦੀ ਧਾਤ ਦਾ ਮੁੱਲ ਇਸ ਤੋਂ ਘੱਟ ਸੀ। ਕੋਈ ਵੀ ਭੌਤਿਕ ਸ਼ਾਸਤਰੀ ਤੁਹਾਨੂੰ ਦੱਸ ਦੇਵੇਗਾ ਕਿ ਇੱਕ ਧਾਤ ਅਤੇ ਦੂਜੀ ਧਾਤ ਦੇ ਵਿਚਕਾਰ ਇਕਲੌਤਾ ਅੰਤਰ ਇਸ ਦੇ ਪਰਮਾਣੂਆਂ ਵਿੱਚ ਆਰੰਭਕ ਕਣਾਂ ਦੇ ਪ੍ਰਕਾਰ ਤੇ ਗਿਣਤੀ ਦਾ ਹੈ। ਕਿਸੇ ਧਾਤ ਦੇ ਟੁਕੜੇ ਉੱਤੇ ਕਣਾਂ ਦੀ ਧਾਰਾ ਛੱਡ ਕੇ ਤੁਸੀਂ ਇਸ ਨੂੰ ਦੂਜੀ ਧਾਤ ਵਿੱਚ ਬਦਲ ਸਕਦੇ ਹੋ। ਕੀਮੀਆਗਰੋਂ ਨੇ ਸਸਤੀ ਧਾਤਾਂ ਨੂੰ ਸੋਨੇ ਵਿੱਚ ਬਦਲਣ ਦਾ ਸੁਪਨਾ ਦੇਖਿਆ ਸੀ, ਲੇਕਿਨ ਉਸ ਨਾਲ ਕੀ? ਸੋਨਾ ਜਸਤੇ ਤੋਂ ਜ਼ਿਆਦਾ ਗੁਣਵਾਨ ਜਾਂ ਮਾੜਾ ਨਹੀਂ ਹੈ। ਇਹ ਤਾਂ ਭਿੰਨ ਧਾਤਾਂ ਹਨ ਜਿਨ੍ਹਾਂ ਦੇ ਗੁਣ ਭਿੰਨ ਹਨ, ਬਸ ਇੰਨੀ ਹੀ ਗੱਲ ਹੈ। ਲੰਬੇ ਇਤਿਹਾਸ ਦੇ ਕਾਰਨ ਹੀ ਸੋਨੇ ਨੂੰ ਖਾਸ ਕੀਮਤੀ ਸਮਝਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਲੋਕ ਇਸ ਨੂੰ ਜਸਤੇ ਤੋਂ ਜ਼ਿਆਦਾ ਪ੍ਰੇਮ ਜਾਂ ਨਫ਼ਰਤ ਕਰਦੇ ਹਨ। ਲੋੜੀਂਦੇ ਧਨ ਨੂੰ ਕਿਵੇਂ ਆਕਰਸ਼ਿਤ ਕਰੀਏ? ਕਈ ਸਾਲ ਪਹਿਲਾਂ ਮੈਂ ਆਸਟ੍ਰੇਲੀਆ ਵਿੱਚ ਇੱਕ ਨੌਜਵਾਨ ਨੂੰ ਮਿਲਿਆ। ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਡਾਕਟਰ ਬਣਨ ਦਾ ਸੁਪਨਾ ਦੇਖਿਆ ਸੀ। ਉਹ ਵਿਗਿਆਨ ਦੀ ਕਲਾਸਾਂ ਵਿੱਚ ਗਿਆ ਅਤੇ ਉਸ ਦਾ ਪ੍ਰਦਰਸ਼ਨ ਬਹੁਤ ਵਧੀਆ ਸੀ, ਲੇਕਿਨ ਮੈਡੀਕਲ ਕਾਲਜ ਦਾ ਖਰਚ ਚੁੱਕਣਾ ਉਸ ਦੇ ਬੂਤੇ ਤੋਂ ਬਾਹਰ ਸੀ। ਉਸ ਦੇ ਮਾਂ-ਪਿਓ ਮਰ ਚੁੱਕੇ ਸਨ। ਆਪਣਾ ਢਿੱਡ ਪਾਲਣ ਲਈ ਉਸ ਨੇ ਸਥਾਨੀ ਹਸਪਤਾਲ ਵਿੱਚ ਡਾਕਟਰਾਂ ਦੇ ਆਫਿਸਾਂ ਦੀ ਸਫਾਈ ਕਰਨੀ। ਮੈਂ ਉਸ ਨੂੰ ਦੱਸਿਆ ਕਿ ਜ਼ਮੀਨ ਵਿੱਚ ਬੋਇਆ ਗਿਆ ਬੀਜ ਆਪਣੇ ਵੱਲ ਹਰ ਚੀਜ਼ ਨੂੰ ਆਕਰਸ਼ਿਤ ਕਰਦਾ ਹੈ ਜਿਸ ਦੀ ਇਸ ਨੂੰ ਸਹੀ ਤਰੀਕੇ ਨਾਲ ਪੁੰਗਰਨ ਵਿੱਚ ਲੋੜ ਹੁੰਦੀ ਹੈ। ਉਸ ਨੂੰ ਤਾਂ ਬਸ ਬੀਜ ਤੋਂ ਸਬਕ ਲੈਣਾ ਸੀ ਤੇ ਆਪਣੇ ਅਵਚੇਤਨ ਮਨ ਵਿੱਚ ਲੋੜੀਂਦੇ ਵਿਚਾਰਾਂ ਦਾ ਬੀਜ ਬੋਣਾ ਸੀ। ਹਰ ਰਾਤ ਸੌਣ ਤੋਂ ਪਹਿਲਾਂ ਇਹ ਨੌਜਵਾਨ ਇੱਕ ਮੈਡੀਕਲ ਡਿਪਲੋਮਾ ਸਰਟੀਫਿਕੇਟ ਦੀ ਤਸਵੀਰ ਦੇਖਦਾ ਸੀ, ਜਿਸ ਵਿੱਚ ਉਸ ਦਾ ਨਾਂ ਵੱਡੇ ਵੱਡੇ ਅੱਖਰਾਂ ਵਿੱਚ ਲਿਖਿਆ ਰਹਿੰਦਾ ਸੀ। ਉਸ ਨੂੰ ਡਿਪਲੋਮਾ ਦੀ ਸਪਸ਼ਟ ਵਿਸਤ੍ਰਿਤ ਤਸਵੀਰ ਦੇਖਣ ਵਿੱਚ ਜ਼ਰਾ ਵੀ ਮੁਸ਼ਕਲ ਨਹੀਂ ਹੋਈ। ਉਹ ਦਿਨ ਵਿੱਚ ਡਾਕਟਰਾਂ ਦੇ ਆਫਿਸਾਂ ਵਿੱਚ ਦੀਵਾਰਾਂ 'ਤੇ ਟੰਗੇ ਫਰੇਮ ਕੀਤੇ ਹੋਏ ਡਿਪਲੋਮੇ ਦੀ ਧੂੜ ਮਿੱਟੀ ਨੂੰ ਸਾਫ਼ ਕਰਕੇ ਚਮਕਾਉਂਦਾ ਸੀ। ਉਹਨਾਂ ਦੀ ਸਫਾਈ ਕਰਦੇ ਸਮੇਂ ਉਹ ਉਹਨਾਂ ਨੂੰ ਗੌਰ ਨਾਲ ਦੇਖਿਆ ਕਰਦਾ ਸੀ। ਲਗਭਗ 4 ਮਹੀਨਿਆਂ ਤੱਕ ਹਰ ਰਾਤ ਉਹ ਤਸਵੀਰ ਵਾਲੀ ਤਕਨੀਕ ਅਜ਼ਮਾਉਂਦਾ ਰਿਹਾ। ਫਿਰ ਜਿਸ ਡਾਕਟਰ ਦੇ ਆਫਿਸ ਦੀ ਉਹ ਸਫਾਈ ਕਰਦਾ ਸੀ, ਉਸ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਉਸਦਾ ਸਹਿਯੋਗੀ ਬਣੇਗਾ। ਡਾਕਟਰ ਨੇ ਉਸ ਨੂੰ ਇੱਕ ਸਿਖਲਾਈ ਪ੍ਰੋਗਰਾਮ ਵਿੱਚ ਭੇਜਣ ਦਾ ਖਰਚ ਚੁੱਕਿਆ, ਜਿੱਥੇ ਉਸਨੇ ਬਹੁਤ ਸਾਰੀਆਂ ਚਿਕਿਤਸਾ ਸੰਬੰਧੀ ਯੋਗਤਾਵਾਂ ਸਿੱਖੀਆਂ। ਇਸ ਤੋਂ ਬਾਅਦ ਡਾਕਟਰ ਨੇ ਉਸ ਨੂੰ ਆਪਣਾ ਸਹਿਯੋਗੀ ਬਣਾ ਲਿਆ। ਉਹ ਇਸ ਨੌਜਵਾਨ ਦੀ ਯੋਗਤਾ ਤੇ ਸੰਕਲਪ ਨਾਲ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਉਸ ਨੂੰ ਬਾਅਦ ਵਿੱਚ ਮੈਡੀਕਲ ਕਾਲਜ ਭੇਜਣ ਵਿੱਚ ਮਦਦ ਕੀਤੀ। ਅੱਜ ਉਹ ਨੌਜਵਾਨ ਮਾਂਟਰੀਅਲ, ਕੈਨੇਡਾ ਵਿੱਚ ਇੱਕ ਮੋਹਰੀ ਡਾਕਟਰ ਹੈ। ਇਸ ਨੌਜਵਾਨ ਨੂੰ ਸਫਲਤਾ ਇਸ ਲਈ ਮਿਲੀ ਕਿਉਂਕਿ ਉਸ ਨੇ ਆਕਰਸ਼ਣ ਦਾ ਨਿਯਮ ਸਿੱਖ ਲਿਆ ਸੀ। ਉਸ ਨੇ ਇਹ ਜਾਣ ਲਿਆ ਸੀ ਕਿ ਆਪਣੇ ਅਵਚੇਤਨ ਮਨ ਦਾ ਸਹੀ ਤਰੀਕੇ ਨਾਲ ਪ੍ਰਯੋਗ ਕਿਵੇਂ ਕਰਨਾ ਹੈ। ਇਸ ਵਿੱਚ ਯੁੱਗਾਂ ਪੁਰਾਣਾ ਉਹ ਨਿਯਮ ਸ਼ਾਮਲ ਹੈ ਜੋ ਕਹਿੰਦਾ ਹੈ, ਅੰਤ ਨੂੰ ਸਪਸ਼ਟ ਤੌਰ 'ਤੇ ਦੇਖਣ ਤੋਂ ਬਾਅਦ ਤੁਸੀਂ ਉਸ ਅੰਤ ਦੀ ਪ੍ਰਾਪਤੀ ਦੇ ਸਾਧਨ ਦੀ ਇੱਛਾ ਕਰਦੇ ਹਨ। ਇਸ ਮਾਮਲੇ ਵਿੱਚ ਅੰਤ ਡਾਕਟਰ ਬਣਨਾ ਸੀ। ਉਹ ਡਾਕਟਰ ਬਣਨ ਦੀ ਕਲਪਨਾ ਕਰਦਾ ਸੀ, ਇਸ ਦੀ ਤਸਵੀਰ ਦੇਖ ਸਕਦਾ ਸੀ ਅਤੇ ਇਸ ਦੀ ਵਾਸਤਵਿਕਤਾ ਮਹਿਸੂਸ ਕਰ ਸਕਦਾ ਸੀ। ਉਹ ਇਸ ਵਿਚਾਰ ਦੇ ਨਾਲ ਜੀਵਿਆ, ਇਸ ਨੂੰ ਬਣਾਈ ਰੱਖਿਆ, ਖੁਰਾਕ ਦਿੱਤੀ ਅਤੇ ਪ੍ਰੇਮ ਕੀਤਾ। ਆਖਰਕਾਰ ਤਸਵੀਰ ਦੇਖਣ ਦੇ ਕਾਰਨ ਇਹ ਵਿਚਾਰ ਉਸ ਦੇ ਅਵਚੇਤਨ ਮਨ ਦੀ ਪਰਤਾਂ ਨੂੰ ਭੇਦ ਕੇ ਪੁੱਜ ਗਿਆ। ਇਹ ਵਿਸ਼ਵਾਸ ਬਣ ਗਿਆ
ਇਸ ਵਿਸ਼ਵਾਸ ਨੇ ਉਸ ਦੇ ਵੱਲ ਹਰ ਉਸ ਚੀਜ਼ ਨੂੰ ਆਕਰਸ਼ਿਤ ਕੀਤਾ ਜਿਹੜਾ ਉਸ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਜ਼ਰੂਰੀ ਸੀ। ਕੁਝ ਲੋਕਾਂ ਦੀ ਤਨਖਾਹ ਕਿਉਂ ਨਹੀਂ ਵੱਧਦੀ ਹੈ? ਮੰਨ ਲਓ ਤੁਸੀਂ ਕਿਸੇ ਵੱਡੀ ਕੰਪਨੀ ਵਿੱਚ ਕੰਮ ਕਰਦੇ ਹੋ। ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਘੱਟ ਤਨਖਾਹ ਮਿਲਦੀ ਹੈ। ਤੁਸੀਂ ਇਸ ਗੱਲ ਤੋਂ ਚਿੜ੍ਹਦੇ ਹੋ ਕਿ ਤੁਹਾਡੇ ਬਾਸ ਤੁਹਾਨੂੰ ਮਹੱਤਵ ਨਹੀਂ ਦਿੰਦੇ ਹਨ। ਤੁਸੀਂ ਲਗਾਤਾਰ ਸੋਚਦੇ ਹੋ ਕਿ ਤੁਸੀਂ ਜ਼ਿਆਦਾ ਤਨਖਾਹ ਅਤੇ ਮਹੱਤਵ ਦੇ ਹੱਕਦਾਰ ਹੋ। ਆਪਣੇ ਬਾਸ ਦੇ ਪ੍ਰਤੀ ਮਾਨਸਿਕ ਵਿਰੋਧ ਰੱਖ ਕੇ ਤੁਸੀਂ ਅਵਚੇਤਨ ਤੌਰ 'ਤੇ ਉਸ ਕੰਪਨੀ ਤੋਂ ਆਪਣੇ ਬੰਧਨ ਤੋੜ ਰਹੇ ਹੋ। ਤੁਸੀਂ ਇੱਕ ਪ੍ਰਕਿਰਿਆ ਸ਼ੁਰੂ ਕਰ ਰਹੇ ਹੋ। ਨਤੀਜਾ ਇਹ ਹੋਵੇਗਾ ਕਿ ਇੱਕ ਦਿਨ ਤੁਹਾਡਾ ਬਾਸ ਤੁਹਾਨੂੰ ਕਹੇਗਾ, ਸਾਨੂੰ ਤੁਹਾਨੂੰ ਕੱਢਣਾ ਹੋਵੇਗਾ। ਸੱਚ ਤਾਂ ਇਹ ਹੈ ਕਿ ਇੱਕ ਤਰ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਕਢਵਾਇਆ ਹੈ। ਤੁਹਾਡਾ ਬਾਸ ਤਾਂ ਸਿਰਫ ਇੱਕ ਸਾਧਨ ਦੇ ਤੌਰ 'ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਤੁਹਾਡੀ ਹੀ ਨਕਾਰਾਤਮਕ ਮਾਨਸਿਕ ਅਵਸਥਾ ਦੀ ਪੁਸ਼ਟੀ ਹੋਈ ਹੈ। ਇਹ ਕਿਰਿਆ ਅਤੇ ਪ੍ਰਤੀਕਿਰਿਆ ਦੇ ਨਿਯਮ ਦਾ ਇੱਕ ਉਦਾਹਰਨ ਮਾਤਰ ਹੈ। ਕਿਰਿਆ ਤੁਹਾਡਾ ਵਿਚਾਰ ਹੈ ਅਤੇ ਪ੍ਰਤੀਕਿਰਿਆ ਤੁਹਾਡੇ ਅਵਚੇਤਨ ਮਨ ਦੀ ਹੀ। ਅਮੀਰੀ ਦੀ ਰਾਹ ਵਿੱਚ ਅੜਿੱਕੇ ਅਤੇ ਰੁਕਾਵਟਾਂ। ਸਮੇਂ-ਸਮੇਂ 'ਤੇ ਤੁਸੀਂ ਸ਼ਾਇਦ ਕਿਸੇ ਨੂੰ ਕਹਿੰਦੇ ਸੁਣਿਆ ਹੋਵੇਗਾ, ਜੋ ਵੀ ਢੇਰ ਸਾਰੇ ਪੈਸੇ ਕਮਾਉਂਦਾ ਹੈ ਉਹ ਹਮੇਸ਼ਾ ਬਦਮਾਸ਼ ਹੁੰਦਾ ਹੈ। ਇਸ ਤਰ੍ਹਾਂ ਨਾਲ ਬੋਲਣ ਅਤੇ ਸੋਚਣ ਵਾਲਾ ਆਮ ਤੌਰ 'ਤੇ ਵਿੱਤੀ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ। ਜੇਕਰ ਉਹ ਆਪਣੇ ਪੁਰਾਣੇ ਦੋਸਤਾਂ ਦੇ ਪ੍ਰਤੀ ਕਟੂ ਅਤੇ ਈਰਖਾਲੂ ਹੋ, ਜਿਹੜੇ ਜ਼ਿਆਦਾ ਸਫਲ ਅਤੇ ਦੌਲਤਮੰਦ ਬਣ ਗਏ ਹਨ। ਜੇਕਰ ਇੰਜ ਹੈ ਤਾਂ ਉਹ ਆਪਣੀਆਂ ਮੁਸ਼ਕਲਾਂ ਆਪ ਪੈਦਾ ਕਰ ਰਿਹਾ ਹੈ। ਉਹਨਾਂ ਦੋਸਤਾਂ ਬਾਰੇ ਨਕਾਰਾਤਮਕ ਵਿਚਾਰ ਰੱਖ ਕੇ ਅਤੇ ਉਹਨਾਂ ਦੀ ਦੌਲਤ ਦੀ ਨਿੰਦਾ ਕਰਕੇ ਉਹ ਦੌਲਤ ਅਤੇ ਸਮਰਿੱਧੀ ਨੂੰ ਆਪਣੇ ਤੋਂ ਦੂਰ ਕਰ ਰਿਹਾ ਹੈ। ਕੀ ਤੁਸੀਂ ਕਿਸੇ ਇਹੋ ਜਿਹੇ ਵਿਅਕਤੀ ਦੇ ਕੋਲ ਰੁਕਣਾ ਪਸੰਦ ਕਰੋਗੇ, ਜਿਹੜੀ ਤੁਹਾਡੀ ਨਿੰਦਾ ਕਰਦਾ ਹੋਵੇ? ਜ਼ਾਹਰ ਹੈ ਨਹੀਂ, ਅਤੇ ਦੌਲਤ ਵੀ ਇਸ ਤਰ੍ਹਾਂ ਨਹੀਂ ਕਰੇਗੀ। ਇਹ ਵਿਅਕਤੀ ਉਸ ਚੀਜ਼ ਤੋਂ ਦੂਰ ਨੱਠ ਰਹੇ ਹੋ ਜਿਸ ਦੇ ਲਈ ਉਹ ਪ੍ਰਾਰਥਨਾ ਕਰ ਰਿਹਾ ਹੈ। ਉਹ ਦੋ ਵਿਰੋਧੀ ਪ੍ਰਾਰਥਨਾਵਾਂ ਕਰ ਰਿਹਾ ਹੈ। ਇੱਕ ਪਾਸੇ ਤਾਂ ਉਹ ਕਹਿ ਰਿਹਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਹੁਣ ਦੌਲਤ ਮੇਰੇ ਵੱਲ ਪ੍ਰਵਾਹਿਤ ਹੋਵੇ, ਲੇਕਿਨ ਅਗਲੇ ਹੀ ਸਾਹ ਵਿੱਚ ਉਹ ਕਹਿ ਰਿਹਾ ਹੈ ਉਸ ਆਦਮੀ ਦੀ ਦੌਲਤ ਮਾੜੀ ਅਤੇ ਬੁਰੀ ਚੀਜ਼ ਹੈ। ਇਹ ਵਿਰੋਧ ਗਰੀਬੀ ਅਤੇ ਦੁੱਖ ਦੀ ਰਾਹ ਦਾ ਸੂਚਕ ਹੈ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਦੂਜੇ ਵਿਅਕਤੀ ਦੀ ਦੌਲਤ 'ਤੇ ਹਮੇਸ਼ਾ ਖੁਸ਼ ਰਹੋ। ਆਪਣੇ ਨਿਵੇਸ਼ਾਂ ਦੀ ਰੱਖਿਆ ਕਰੋ। ਜੇਕਰ ਤੁਸੀਂ ਨਿਵੇਸ਼ ਸੰਬੰਧੀ ਮਾਰਗਦਰਸ਼ਨ ਚਾਹੁੰਦੇ ਹੋ ਜਾਂ ਆਪਣੇ ਸ਼ੇਅਰਾਂ ਜਾਂ ਬਾਂਡਸ ਦੇ ਬਾਰੇ ਚਿੰਤਤ ਹੋ ਤਾਂ ਹੌਲੀ ਨਾਲ ਦਾਅਵਾ ਕਰੋ। ਅਸੀਮ ਬੁੱਧੀ ਮੇਰੇ ਸਾਰੇ ਵਿੱਤੀ ਮਾਮਲਿਆਂ ਨੂੰ ਨਿਯੰਤਰਿਤ ਕਰਦੀ ਹੈ ਅਤੇ ਉਸ ਦੀ ਨਿਗਰਾਨੀ ਕਰਦੇ ਹਾਂ। ਮੈਂ ਜੋ ਵੀ ਕਰਾਂਗਾ ਸਮਰਿੱਧ ਹੋਵੇਗਾ। ਜੇਕਰ ਤੁਸੀਂ ਇਸ ਨੂੰ ਵਾਰ-ਵਾਰ ਪੂਰੀ ਆਸਥਾ ਅਤੇ ਵਿਸ਼ਵਾਸ ਨਾਲ ਕਰਦੇ ਹੋ ਤਾਂ ਤੁਸੀਂ ਪਾਓਗੇ ਕਿ ਤੁਹਾਡਾ ਅਵਚੇਤਨ ਮਨ ਸਮਝਦਾਰੀ ਭਰੇ ਨਿਵੇਸ਼ਾਂ ਵੱਲ ਤੁਹਾਡਾ ਮਾਰਗਦਰਸ਼ਨ ਕਰੇਗਾ। ਇੰਨਾ ਹੀ ਨਹੀਂ, ਤੁਹਾਨੂੰ ਨੁਕਸਾਨ ਵੀ ਨਹੀਂ ਹੋਵੇਗਾ, ਕਿਉਂਕਿ ਨੁਕਸਾਨ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਜੋਖਮ ਭਰੇ ਸ਼ੇਅਰਾਂ ਨੂੰ ਵੇਚਣ ਦਾ ਸੁਨੇਹਾ ਮਿਲ ਜਾਵੇਗਾ। ਬਿਨਾਂ ਦਿੱਤੇ ਤੁਹਾਨੂੰ ਕੁਝ ਨਹੀਂ ਮਿਲ ਸਕਦਾ। ਵੱਡੇ ਸਟੋਰਾਂ ਵਿੱਚ ਪਹਿਰੇਦਾਰਾਂ ਅਤੇ ਜਾਸੂਸਾਂ ਨੂੰ ਰੱਖਿਆ ਜਾਂਦਾ ਹੈ ਤਾਂ ਜੋ ਉਹ ਸਮਾਨ ਚੁਰਾਉਣ ਵਾਲਿਆਂ ਨੂੰ ਰੋਕ ਸਕਣ। ਇੱਕ ਦਿਨ ਉਹ ਕੁਝ ਲੋਕਾਂ ਨੂੰ ਚੋਰੀ ਕਰਦਿਆਂ ਫੜਦੇ ਹਨ। ਇਸ ਤਰ੍ਹਾਂ ਦੀ ਚੋਰੀ ਕਰਨ ਵਾਲੇ ਕਮੀ ਅਤੇ ਰੁਕਾਵਟ ਦੇ ਮਾਨਸਿਕ ਮਾਹੌਲ ਵਿੱਚ ਰਹਿੰਦੇ ਹਨ। ਦੂਜਿਆਂ ਤੋਂ ਚੁਰਾਉਣ ਦੀ ਕੋਸ਼ਿਸ਼ ਵਿੱਚ ਉਹ ਆਪਣੀ ਹੀ ਸ਼ਾਂਤੀ, ਸਦਭਾਵ, ਆਸਥਾ, ਇਮਾਨਦਾਰੀ, ਅਖੰਡਤਾ, ਇਕਸੁਰਤਾ ਅਤੇ ਵਿਸ਼ਵਾਸ ਨੂੰ ਚੁਰਾ ਰਹੇ ਹਨ। ਇਹੀ ਨਹੀਂ, ਇਸ ਨਾਲ ਉਹਨਾਂ ਦੇ ਅਵਚੇਤਨ ਮਨ ਵਿੱਚ ਜੋ ਸੁਨੇਹਾ ਜਾਂਦਾ ਹੈ ਉਸ ਨਾਲ ਉਹਨਾਂ ਦਾ ਨੁਕਸਾਨ ਹੁੰਦਾ ਹੈ। ਚਰਿੱਤਰ, ਛਵੀ, ਸਮਾਜਿਕ ਹੈਸੀਅਤ ਅਤੇ ਮਾਨਸਿਕ ਸ਼ਾਂਤੀ ਦਾ ਨੁਕਸਾਨ। ਇਹ ਲੋਕ ਇਹ ਨਹੀਂ ਸਮਝਾਉਂਦੇ ਹਨ ਕਿ ਉਹਨਾਂ ਦਾ ਦਿਮਾਗ ਕਿਵੇਂ ਕੰਮ ਕਰਦਾ ਹੈ। ਉਹਨਾਂ ਨੂੰ ਪੂਰਤੀ ਦੇ ਸਰੋਤਾਂ ਵਿੱਚ ਆਸਥਾ ਨਹੀਂ ਹੁੰਦੀ। ਜੇਕਰ ਉਹ ਮਾਨਸਿਕ ਤੌਰ 'ਤੇ ਆਪਣੇ ਅਵਚੇਤਨ ਮਨ ਦੀ ਸ਼ਕਤੀਆਂ ਦਾ ਨਿਵੇਦਨ ਕਰੋ ਅਤੇ ਇਹ ਵੀ ਦਾਅਵਾ ਕਰੋ ਕਿ ਉਹਨਾਂ ਦੀ ਸੱਚੀ ਅਭਿਵਿਅਕਤ ਹੋ ਰਹੀ ਹੈ ਤਾਂ ਉਹਨਾਂ ਨੂੰ ਸਫਲਤਾ ਅਤੇ ਸਮਰਿੱਧੀ ਮਿਲੇਗੀ। ਫਿਰ ਇਮਾਨਦਾਰੀ, ਅਖੰਡਤਾ ਅਤੇ ਲਗਨ ਨਾਲ ਉਹ ਆਪਣੇ ਆਪ ਅਤੇ ਸਮਾਜ ਨੂੰ ਫਾਇਦਾ ਪਹੁੰਚਾ ਸਕਦੇ ਹਨ। ਦੌਲਤ ਦੀ ਨਿਰੰਤਰ ਆਪੂਰਤੀ। ਸੁਤੰਤਰਤਾ, ਆਰਾਮ ਅਤੇ ਲੋੜੀਂਦੀ ਦੌਲਤ ਦੀ ਲਗਾਤਾਰ ਆਪੂਰਤੀ ਤੁਹਾਡੇ ਅਵਚੇਤਨ ਮਨ ਦੀ ਸ਼ਕਤੀਆਂ ਨੂੰ ਪਛਾਣਨ ਵਿੱਚ ਸਮਾਹਿਤ ਹੈ। ਇਹ ਤੁਹਾਡੇ ਵਿਚਾਰ ਜਾਂ ਮਾਨਸਿਕ ਤਸਵੀਰ ਦੀ
ਰਚਨਾਤਮਕ ਸ਼ਕਤੀ ਨੂੰ ਪਛਾਣਨ ਵਿੱਚ ਨਿਹਤ ਹੈ। ਆਪਣੇ ਮਸਤਿਸ਼ਕ ਵਿੱਚ ਸਮਰਿੱਧੀ ਤੋਂ ਭਰੇ ਜੀਵਨ ਨੂੰ ਸਵੀਕਾਰ ਕਰੋ। ਦੌਲਤ ਦੀ ਮਾਨਸਿਕ ਸਵੀਕ੍ਰਿਤੀ ਤੇ ਆਸ਼ਾ ਦਾ ਆਪਣਾ ਗਣਿਤ ਅਤੇ ਅਭਿਵਿਅਕਤੀ ਦਾ ਤੰਤਰ ਹੁੰਦਾ ਹੈ। ਜਦੋਂ ਤੁਸੀਂ ਸਮਰਿੱਧੀ ਦੀ ਮਾਨਸਿਕਤਾ ਵਿੱਚ ਕਦਮ ਰੱਖਦੇ ਹੋ ਤਾਂ ਉਸ ਸਮਰਿੱਧ ਜੀਵਨ ਨੂੰ ਸੰਭਵ ਬਣਾਉਣ ਵਾਲੀਆਂ ਚੀਜ਼ਾਂ ਹੋਣ ਲੱਗਦੀਆਂ ਹਨ। ਇਸ ਦੀ ਰੋਜ਼ਾਨਾ ਤਸਦੀਕ ਕਰੋ। ਇਸ ਨੂੰ ਆਪਣੇ ਦਿਲ ਵਿੱਚ ਲਿਖ ਲਵੋ। ਮੈਂ ਆਪਣੇ ਅਵਚੇਤਨ ਮਨ ਦੀ ਅਸੀਮ ਸਮਰਿੱਧੀ ਦੇ ਨਾਲ ਇਕਾਕਾਰ ਹਾਂ। ਅਮੀਰ, ਖੁਸ਼ ਤੇ ਸਫਲ ਬਣਨਾ ਮੇਰਾ ਅਧਿਕਾਰ ਹੈ। ਧਨ ਮੇਰੇ ਵੱਲ ਮੁਕਤਤਾ ਨਾਲ, ਬਹੁਲਤਾ ਨਾਲ ਅਤੇ ਅਨੰਤ ਤੌਰ 'ਤੇ ਪ੍ਰਵਾਹਿਤ ਹੋ ਰਿਹਾ ਹੈ। ਮੈਂ ਹਮੇਸ਼ਾ ਆਪਣੇ ਸੱਚੇ ਮੁੱਲ ਦੇ ਪ੍ਰਤੀ ਸੁਚੇਤ ਹਾਂ। ਮੈਂ ਆਪਣੀ ਯੋਗਤਾ ਨੂੰ ਮੁਕਤਤਾ ਤੋਂ ਦਿੰਦਾ ਹਾਂ ਅਤੇ ਮੈਨੂੰ ਬਹੁਤ ਜ਼ਿਆਦਾ ਵਿੱਤੀ ਵਰਦਾਨ ਮਿਲਦੇ ਹਨ। ਇਹ ਅਦਭੁਤ ਹੈ। ਅਮੀਰੀ ਦੀ ਰਾਹ ਉੱਤੇ ਅੱਗੇ ਵਧਣ ਦੇ ਪੈਂਡੇ। ਨੰਬਰ 1, ਇਹ ਦਾਅਵਾ ਕਰਨ ਦੀ ਹਿੰਮਤ ਜੁਟਾਓ ਕਿ ਤੁਹਾਨੂੰ ਅਮੀਰ ਬਣਨ ਦਾ ਹੱਕ ਹੈ। ਤੁਹਾਡਾ ਅਵਚੇਤਨ ਮਨ ਤੁਹਾਡੇ ਦਾਅਵੇ ਨੂੰ ਹਕੀਕਤ ਵਿੱਚ ਬਦਲ ਦੇਵੇਗਾ। ਨੰਬਰ 2, ਤੁਸੀਂ ਜਿਵੇਂ ਤਿਵੇਂ ਗੁਜ਼ਾਰਾ ਨਹੀਂ ਕਰਨਾ ਚਾਹੁੰਦੇ। ਤੁਸੀਂ ਇੰਨਾ ਸਾਰਾ ਪੈਸਾ ਚਾਹੁੰਦੇ ਹੋ ਤਾਂ ਕਿ ਤੁਸੀਂ ਜਦੋਂ ਚਾਹੋ ਤਦ ਆਪਣੀ ਮਨਮਰਜ਼ੀ ਦੀਆਂ ਚੀਜ਼ਾਂ ਕਰ ਸਕੋ। ਆਪਣੇ ਅਵਚੇਤਨ ਮਨ ਦੀ ਦੌਲਤ ਨੂੰ ਪਛਾਣੋ। ਨੰਬਰ 3, ਜੇਕਰ ਧਨ ਤੁਹਾਡੇ ਜੀਵਨ ਵਿੱਚ ਮੁਕਤਤਾ ਨਾਲ ਪ੍ਰਵਾਹਿਤ ਹੋ ਰਿਹਾ ਹੈ ਤਾਂ ਤੁਸੀਂ ਵਿੱਤੀ ਦ੍ਰਿਸ਼ਟੀ ਨਾਲ ਸਿਹਤਮੰਦ ਹੋ। ਧਨ ਨੂੰ ਜਵਾਰ ਦੀ ਤਰ੍ਹਾਂ ਦੇਖੋਗੇ ਤਾਂ ਇਹ ਤੁਹਾਡੇ ਕੋਲ ਹਮੇਸ਼ਾ ਬਹੁਤ ਸਾਰਾ ਰਹੇਗਾ। ਜਵਾਰ ਦਾ ਆਉਣਾ ਅਤੇ ਜਾਣਾ ਲਗਾਤਾਰ ਹੁੰਦਾ ਹੈ। ਜਦ ਜਵਾਰ ਚਲਾ ਵੀ ਜਾਵੇ ਤਾਂ ਵੀ ਤੁਹਾਨੂੰ ਪੂਰਾ ਵਿਸ਼ਵਾਸ ਹੁੰਦਾ ਹੈ ਕਿ ਇਹ ਜ਼ਰੂਰ ਮੁੜੇਗਾ। ਨੰਬਰ 4, ਆਪਣੇ ਅਵਚੇਤਨ ਮਨ ਦੇ ਨਿਯਮ ਜਾਣਨ ਤੋਂ ਬਾਅਦ ਤੁਹਾਨੂੰ ਹਮੇਸ਼ਾ ਧਨ ਮਿਲਦਾ ਰਹੇਗਾ, ਭਾਵੇਂ ਇਹ ਕਿਸੇ ਰੂਪ ਵਿੱਚ ਵੀ ਮਿਲੇ। ਨੰਬਰ 5, ਕਈ ਲੋਕ ਤੰਗੀ ਨਾਲ ਜਿਉਂਦੇ ਹਨ ਅਤੇ ਉਹਨਾਂ ਦੇ ਕੋਲ ਉਪਯੁਕਤ ਪੈਸੇ ਨਹੀਂ ਹੁੰਦੇ ਹਨ। ਇਸ ਦਾ ਕਾਰਨ ਇੱਕ ਇਹ ਹੈ ਕਿ ਉਹ ਧਨ ਦੀ ਨਿੰਦਾ ਕਰਦੇ ਹਨ। ਤੁਸੀਂ ਇਸ ਦੀ ਨਿੰਦਾ ਕਰਦੇ ਹੋ, ਉਹ ਖੰਭ ਲਾ ਕੇ ਦੂਰ ਉੱਡ ਜਾਂਦਾ ਹੈ। ਨੰਬਰ 6, ਧਨ ਨੂੰ ਭਗਵਾਨ ਨਾ ਬਣਾਓ। ਇਹ ਸਿਰਫ ਇੱਕ ਪ੍ਰਤੀਕ ਹੈ। ਯਾਦ ਰੱਖੋ, ਸੱਚੀ ਦੌਲਤ ਤੁਹਾਡੇ ਦਿਮਾਗ ਵਿੱਚ ਹੈ। ਤੁਸੀਂ ਸੰਤੁਲਿਤ ਜੀਵਨ ਜਿਉਣ ਲਈ ਆਏ ਹੋ। ਇਸ ਵਿੱਚ ਆਪਣੀ ਜ਼ਰੂਰਤ ਦਾ ਸਾਰਾ ਧਨ ਹਾਸਲ ਕਰਨਾ ਸ਼ਾਮਲ ਹੈ। ਨੰਬਰ 7, ਧਨ ਨੂੰ ਆਪਣਾ ਇਕੱਲਾ ਨਿਸ਼ਾਨਾ ਨਾ ਬਣਾਓ। ਦੌਲਤ, ਖੁਸ਼ੀ, ਸ਼ਾਂਤੀ, ਸੱਚੀ ਅਭਿਵਿਅਕਤੀ ਅਤੇ ਪ੍ਰੇਮ ਦਾ ਦਾਅਵਾ ਕਰੋ। ਸਾਰਿਆਂ ਪ੍ਰਤੀ ਪ੍ਰੇਮ ਅਤੇ ਇਕਸੁਰਤਾ ਰੱਖੋ। ਫਿਰ ਤੁਹਾਡਾ ਅਵਚੇਤਨ ਮਨ ਇਹਨਾਂ ਸਾਰੇ ਖੇਤਰਾਂ ਵਿੱਚ ਤੁਹਾਨੂੰ ਮਿਸ਼ਰਤ ਵਿਆਜ ਦੇਵੇਗਾ। ਗਰੀਬੀ ਵਿੱਚ ਕੋਈ ਗੁਣ ਨਹੀਂ ਹੈ। ਇਹ ਮਾਨਸਿਕ ਰੋਗ ਹੈ। ਤੁਹਾਨੂੰ ਇਸ ਮਾਨਸਿਕ ਸੰਘਰਸ਼ ਜਾਂ ਬਿਮਾਰੀ ਦਾ ਇੱਕਦਮ ਇਲਾਜ ਕਰਨਾ ਚਾਹੀਦਾ ਹੈ। ਤੁਸੀਂ ਇੱਥੇ ਕਿਸੇ ਦਬੜੇ ਵਿੱਚ ਰਹਿਣ, ਚੀਥੜੇ ਪਾਉਣ ਜਾਂ ਭੁੱਖੇ ਮਰਨ ਲਈ ਨਹੀਂ ਆਏ ਹੋ। ਤੁਸੀਂ ਇੱਥੇ ਜ਼ਿਆਦਾ ਸਮਰਿੱਧ ਜੀਵਨ ਜਿਉਣ ਲਈ ਆਏ ਹੋ। ਨੰਬਰ 10, ਕਦੇ ਵੀ ਗੰਦਾ ਪੈਸਾ ਸ਼ਬਦਾਵਲੀ ਦਾ ਪ੍ਰਯੋਗ ਨਾ ਕਰੋ। ਇਹ ਨਾ ਕਹੋ, ਮੈਂ ਧਨ ਨਾਲ ਨਫ਼ਰਤ ਕਰਦਾ ਹਾਂ। ਤੁਸੀਂ ਜਿਸ ਦੀ ਆਲੋਚਨਾ ਕਰੋਗੇ ਉਸ ਨੂੰ ਖੋ ਦੇਵੋਗੇ। ਧਨ ਆਪਣੇ ਆਪ ਵਿੱਚ ਮਾੜਾ ਜਾਂ ਚੰਗਾ ਨਹੀਂ ਹੈ। ਇਸ ਬਾਰੇ ਇਸ ਤਰ੍ਹਾਂ ਸੋਚਣ ਨਾਲ ਇਹ ਉਂਝ ਦਾ ਹੀ ਬਣ ਜਾਂਦਾ ਹੈ। ਵਾਰ-ਵਾਰ ਦੁਹਰਾਓ, ਮੈਂ ਧਨ ਨੂੰ ਪਸੰਦ ਕਰਦਾ ਹਾਂ। ਮੈਂ ਇਸ ਦਾ ਪ੍ਰਯੋਗ ਸਿਆਣਪ, ਸਿਰਜਣਾਤਮਕ ਤਰੀਕੇ ਅਤੇ ਨਿਆਂਪੂਰਨ ਤਰੀਕੇ ਨਾਲ ਕਰਾਂਗਾ। ਮੈਂ ਇਸ ਨੂੰ ਖੁਸ਼ੀ ਦੇ ਨਾਲ ਮੁਕਤ ਕਰਦਾ ਹਾਂ ਅਤੇ ਇਹ 1000 ਗੁਣਾ ਹੋ ਕੇ ਮੇਰੇ ਕੋਲ ਮੁੜ ਆਉਂਦਾ ਹੈ। ਨੰਬਰ 12, ਧਨ ਤਾਂਬੇ, ਜਸਤੇ, ਟਿਨ ਜਾਂ ਲੋਹੇ ਤੋਂ ਜ਼ਿਆਦਾ ਮਾੜਾ ਨਹੀਂ ਹੈ, ਜਿਸ ਨੂੰ ਤੁਸੀਂ ਜ਼ਮੀਨ ਵਿੱਚ ਪਾ ਸਕਦੇ ਹੋ। ਸਾਰੀ ਬੁਰਾਈ ਮਸਤਿਸ਼ਕ ਦੀ ਸ਼ਕਤੀਆਂ ਦੇ ਅਗਿਆਨ ਅਤੇ ਦੁਰਉਪਯੋਗ ਦੇ ਕਾਰਨ ਉਤਪੰਨ ਹੁੰਦੀ ਹੈ। ਨੰਬਰ 13, ਆਪਣੇ ਮਸਤਿਸ਼ਕ ਵਿੱਚ ਅੰਤਮ ਨਤੀਜੇ ਦੀ ਤਸਵੀਰ ਬਣਾ ਲਓ। ਤੁਹਾਡਾ ਅਵਚੇਤਨ ਤੁਹਾਡੀ ਮਾਨਸਿਕ ਤਸਵੀਰ 'ਤੇ ਪ੍ਰਤੀਕਿਰਿਆ ਕਰਦਾ ਹੈ ਅਤੇ ਉਸ ਨੂੰ ਸਾਕਾਰ ਕਰ ਦਿੰਦਾ ਹੈ। ਬਿਨਾਂ ਕੁਝ ਦਿੱਤੇ ਕੁਝ ਪਾਉਣ ਦੀ ਕੋਸ਼ਿਸ਼ ਛੱਡ ਦਿਓ। ਮੁਫਤ ਲੰਚ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਤੁਹਾਨੂੰ ਕੁਝ ਪਾਉਣ ਲਈ ਕੁਝ ਦੇਣਾ ਹੋਵੇਗਾ। ਜੇਕਰ ਤੁਸੀਂ ਆਪਣੇ ਨਿਸ਼ਾਨੇ ਆਦਰਸ਼ਾਂ ਕੰਮਾਂ ਉੱਤੇ ਮਾਨਸਿਕ ਧਿਆਨ ਦੇਵੋਗੇ ਤਾਂ ਤੁਹਾਡਾ ਅਵਚੇਤਨ ਮਨ ਹਮੇਸ਼ਾ ਤੁਹਾਡਾ ਸਾਥ ਦੇਵੇਗਾ। ਦੌਲਤ ਦੀ ਕੁੰਜੀ ਅਵਚੇਤਨ ਮਨ ਦੇ ਨਿਯਮਾਂ ਨੂੰ ਲਾਗੂ ਕਰਨਾ ਅਤੇ ਇਸ ਵਿੱਚ ਦੌਲਤ ਦੇ ਵਿਚਾਰ ਦਾ ਬੀਜ ਬੀਜਣਾ ਹੈ। ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ, ਲੇਖਕ ਡਾਕਟਰ ਜੋਸਫ ਮਰਫੀ। ਤੁਸੀਂ ਸੁਣ ਰਹੇ ਸੀ ਕਿਤਾਬ ਦਾ 10ਵਾਂ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।